ਵਾਹਿਗੁਰੂ ਸਾਹਿਬ ਜੀਓ। ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸੁਰ ਬਿਖਿਅਨ ਕਉ ਧਾਵਤ, ਕੇਹ ਬਿਦ ਰੋਕੋਂ ਤਾਹੇ। ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸੁਰ ਬਿਖਿਅਨ ਕਉ ਧਾਵਤ, ਕੇਹ ਬਿਦ ਰੋਕੋਂ ਤਾਹੇ। ਰਹਾਉ ਵੇਦ ਪੁਰਾਨ ਸਿਮਰਤ ਕੇ ਮਤ ਸੁਨ, ਨਿਮਖ ਨਾ ਹੀਏ ਬਸਾਵੈ। ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਮਦ ਮਾਇਆ ਕੈ ਭਇਓ ਬਾਵਰੋ, ਸੂਜਤ ਨਹਿ ਕਛ ਗਿਆਨਾ। ਘਟ ਹੀ ਭੀਤਰ ਬਸਤ ਨਿਰੰਜਨ, ਤਾਕੋ ਮਰਮ ਨਾ ਜਾਨਾ। ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਸਮੂਹ ਇਲਾਕਾ ਨਿਵਾਸੀ ਸੰਗਤ, ਨਗਰ ਦਨੌਲੀ ਦੀ ਸੰਗਤ ਧੰਨਤਾ ਯੋਗ ਹੋ, ਜੋ ਹਰ ਸਾਲ ਆਪਣੇ ਇਸ ਨਗਰ ਦੇ ਅੰਦਰ ਸਾਲਾਨਾ ਗੁਰਮਤਿ ਸਮਾਗਮ ਉਲੀਕਦੇ ਹੋ। ਇਸ ਵਰੇ ਵੀ ਗੁਰੂ ਕਿਰਪਾ ਸਦਕਾ ਸਤਿਕਾਰਯੋਗ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਤਿੰਨਾਂ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ, ਜੋ ਆਪ ਇਲਾਕੇ ਨੇ ਸਤਿਕਾਰਯੋਗ ਬਾਬਾ ਤਰਸੇਮ ਸਿੰਘ ਜੀ ਹੋਰਾਂ ਨੇ ਇਹ ਸਮਾਗਮ ਉਲੀਕੇ ਹਨ। ਉਹਨਾਂ ਸਮਾਗਮਾਂ ਦੇ ਆਪ ਜੀ ਅੰਤਿਮ ਰੋਜ਼ ਦੇ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਕਾਰਯੋਗ ਭਾਈ ਜੋਰਾਵਰ ਸਿੰਘ ਜੀ, ਤਿੰਨਾਂ ਦੇ ਕਵਿਸ਼ਰੀ ਜਥੇ ਪਾਸੋਂ ਆਪ ਜੀ ਨੇ ਗੁਰੂ ਇਤਿਹਾਸ ਸਰਵਨ ਕੀਤਾ ਹੈ। ਇਸ ਸਾਲ ਦੇ ਇਹ ਸਮਾਗਮ
ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆ ਰਹੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਕੀਤੇ ਗਏ ਹਨ। ਸੋ ਦਾਸ ਕੋਸ਼ਿਸ਼ ਕਰੇਗਾ ਕਿ ਆਪਾਂ ਕੇਵਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਹੀ ਪਾਵਨ ਵਿਚਾਰਧਾਰਾ, ਪਾਵਨ ਬਾਣੀ ਰਾਹੀਂ ਜੋ ਉਪਦੇਸ਼, ਜੋ ਸਿੱਖਿਆ ਸਤਿਗੁਰੂ ਸਾਨੂੰ ਬਖਸ਼ਦੇ ਨੇ, ਉਹਦੀ ਵਿਚਾਰ ਗੁਰੂ ਕਿਰਪਾ ਸਦਕਾ ਆਪ ਸੰਗਤ ਨਾਲ ਕਰ ਸਕਾਂ। ਕੁਝ ਕਹਿਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪੜ੍ਹਦੇ, ਵਿਚਾਰਦੇ ਜਾਂ ਸਰਵਣ ਕਰਦੇ ਹਾਂ, ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਬੜੀ ਸਰਲ, ਬੜੀ ਸੁਖੈਨ, ਇੱਥੋਂ ਤੱਕ ਕਿ ਸਾਡੀ ਆਪਣੀ ਬੋਲੀ, ਇਸ ਇਲਾਕੇ ਦੀ ਬੋਲੀ ਦੇ ਵਿੱਚ ਹੀ ਦਾਤਾਰ ਪਿਤਾ ਜੀ ਨੇ ਰਹਿਮਤ ਤੇ ਕਿਰਪਾ ਕੀਤੀ। ਬਹੁਤੇ ਸ਼ਬਦ ਦਾਤਾਰ ਪਿਤਾ ਮਹਾਰਾਜ ਜੀ ਦੇ ਐਸੇ ਨੇ, ਜਿਵੇਂ ਮੈਂ ਮੰਗਲ ਰੂਪ ਵਿੱਚ ਵੀ ਪੜ੍ਹਿਆ ਕਿ ਸਤਿਗੁਰਾਂ ਨੇ ਜੀਵ ਦੀ ਅਵਸਥਾ ਆਪਣੇ ਤੇ ਟੁਕਾ ਕਰਕੇ ਮਾਈ ਸ਼ਬਦ ਨੂੰ ਸੰਬੋਧਨ ਕਰਕੇ ਆਪਣੇ ਅੰਦਰ ਦੀ ਅਵਸਥਾ ਨੂੰ ਖੋਲਿਆ। ਬਹੁਤ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਸਤਿਗੁਰੂ ਜੀ ਨੇ ਸਾਧ ਮਹਾਤਮ ਜਨਾਂ ਨੂੰ ਸੰਬੋਧਨ ਕਰਕੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿ ਸੁਭਾਗੋ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਪਰ ਜਿਸ ਸ਼ਬਦ ਨੂੰ ਮੈਂ ਮੰਗਲ ਰੂਪ ਵਿੱਚ ਪੜ੍ਹਿਆ, ਆਪਣੀ ਵਿਚਾਰ ਦਾ ਆਧਾਰ ਮੈਂ ਸਤਿਗੁਰਾਂ ਦੇ ਉਸੇ ਪਾਵਨ ਸ਼ਬਦ ਨੂੰ ਰੱਖਾਂਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਹੈ, ਤੇ ਸਤਿਗੁਰੂ ਜੀ ਬਚਨ ਕੀ ਕਰਦੇ ਨੇ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸੁਰ ਵਿਖਿਆਨ ਕੋ ਧਾਵਤ, ਕਿਹ ਬਿਦ ਰੋਕੋਂ ਤਾਹੇ। ਮਾਈ ਸ਼ਬਦ ਦੇ ਅਰਥ ਬਹੁਤ ਪਿਆਰਿਆਂ ਨੇ ਰੱਬ ਦੇ ਪਿਆਰਿਆਂ ਲਈ ਕੀਤੇ ਨੇ, ਵੀ ਸਾਧੂ ਸੰਤਾਂ ਦੀ ਸੰਗਤ ਵਾਸਤੇ, ਸਾਧੂ ਪੁਰਖਾਂ ਨੂੰ ਸੰਬੋਧਨ ਕਰਦੇ ਹੋਇਆਂ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ। ਪਰ ਜੋ ਸਰਲ ਸ਼ਬਦ ਹੈ, ਤੇ ਬਾਣੀ ਵਿੱਚ ਕਈ ਸ਼ਬਦ ਇਸ ਗੱਲ ਦੀ ਪ੍ਰੋੜਤਾ ਵੀ ਕਰਦੇ ਨੇ ਕਿ ਬੜੀ ਵਾਰੀ ਆਪਣੇ ਅੰਦਰ ਦੀ ਅਵਸਥਾ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਂ ਦੇ ਸਾਹਮਣੇ ਜਾਂ ਮਾਂ ਨੂੰ ਸੰਬੋਧਨ ਕਰਕੇ ਹੀ ਖੋਲਿਆ। ਕਿਉਂਕਿ ਜ਼ਿੰਦਗੀ ਦੀ ਸਚਾਈ ਹੈ, ਬਾਲ ਰੂਪ ਵਿੱਚ ਭਗਤ ਦੀ ਅਵਸਥਾ ਬਾਲਕ ਦੀ ਅਵਸਥਾ ਵਰਗੀ ਹੈ, ਤੇ ਬਾਲਕ ਨੂੰ ਜਦੋਂ ਕੋਈ ਦੁੱਖ ਲੱਗਦਾ ਤਾਂ ਵੀ ਮਾਂ ਨੂੰ ਪੁਕਾਰਦਾ ਹੈ, ਤੇ ਬਾਲਕ ਨੂੰ ਜਦੋਂ ਕੋਈ ਖੁਸ਼ੀ ਮਿਲਦੀ ਹੈ, ਕੁਝ ਪ੍ਰਾਪਤ ਹੁੰਦਾ ਤਾਂ ਵੀ ਮਾਂ ਨੂੰ ਪੁਕਾਰਦਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਜਦੋਂ ਕੁਝ ਮਿਲਦਾ ਹੈ ਧਰਮ ਦੇ ਜਗਤ ਅੰਦਰ, ਅਧਿਆਤਮ ਦੇ ਜਗਤ ਅੰਦਰ, ਉਦੋਂ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵੀ ਮੈਨੂੰ ਆਨੰਦ ਮਿਲਿਆ। ਤੇ ਸਭ ਤੋਂ ਪਹਿਲਾਂ ਦੱਸਿਆ ਕਿਹਨੂੰ ਹੈ, ਸਭ ਤੋਂ ਪਹਿਲਾਂ ਆਪਣੇ ਅੰਦਰ ਦੀ ਅਵਸਥਾ ਦੇ ਬਾਬਤ ਕਿਹਾ ਕਿਹਨੂੰ ਹੈ, ਆਪਣੀ ਮਾਂ ਨੂੰ, ਆਪਣੀ ਮਾਤਾ ਨੂੰ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜਿੱਥੇ ਕਿਤੇ ਜੀਵਨ ਦੇ ਅੰਦਰ ਕੋਈ ਰੁਕਾਵਟ ਹੈ, ਕੋਈ ਦੁਬਿਧਾ ਹੈ, ਕੋਈ ਮੁਸ਼ਕਲ ਹੈ, ਤੇ ਬਾਲਕ ਜਿਵੇਂ ਆਪਣੀਆਂ ਰੁਕਾਵਟਾਂ, ਆਪਣੀਆਂ ਮੁਸ਼ਕਲਾਂ, ਆਪਣੇ ਵਿਚਾਰ ਆਪਣੀ ਮਾਤਾ ਨਾਲ ਸਾਂਝੇ ਕਰਦਾ ਨਾ, ਉਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੀ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਕਿ ਜਿਸ ਨੂੰ ਇਸ ਗੱਲ ਦਾ ਤੇ ਪਤਾ ਲੱਗਦਾ ਹੈ ਕਿ ਮਨ ਅਜੇ ਮੇਰਾ ਵਸ ਨਹੀਂ। ਵੇਖੋ, ਇਹ ਵੀ ਬਹੁਤ ਵੱਡੀ ਕਿਰਪਾ ਜਾਂ ਅਵਸਥਾ ਦੀ ਗੱਲ ਹੈ ਕਿ ਇਹ ਵੀ ਪਤਾ ਲੱਗ ਜਾਣਾ ਕਿ ਮੇਰਾ ਮਨ ਭਟਕ ਰਿਹਾ ਹੈ, ਮੇਰਾ ਮਨ ਵਸ ਨਹੀਂ। ਸਿਆਣੇ ਲੋਕ ਆਖਦੇ ਨੇ, ਗੁਰਮਤ ਦੀ, ਗੁਰਸਿੱਖ ਦੀ ਪਹਿਲੀ ਪੌੜੀ ਹੀ ਇਹ ਹੈ ਕਿ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਮਨ ਅਜੇ ਭਟਕ ਰਿਹਾ ਹੈ, ਮਨ ਦਹਿ ਦਿਸ ਧਾ ਰਿਹਾ ਹੈ। ਗੁਣੀ ਬੰਦੇ ਦੀ ਸਭ ਤੋਂ ਵੱਡੀ
ਗੁਣਾਂ ਦੀ ਸੌਗਾਤ ਕਹਿ ਲਈਏ ਜਾਂ ਗੁਣੀ ਬੰਦੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਗੁਣੀ ਤਾਂ ਬਣਦਾ ਹੈ ਜਦੋਂ ਪਹਿਲਾਂ ਉਸ ਨੂੰ ਆਪਣੀਆਂ ਕਮੀਆਂ ਦੀ ਸੋਝੀ ਹੁੰਦੀ ਹੈ, ਆਪਣੇ ਦੋਸ਼ਾਂ ਦਾ ਪਤਾ ਲੱਗਦਾ ਹੈ। ਜੋ ਵੀ ਜਗਤ ਅੰਦਰ ਸਭ ਤੋਂ ਮਹਾਨ, ਸਭ ਤੋਂ ਵੱਡਾ, ਸਭ ਤੋਂ ਗੁਣੀ ਹੈ, ਉਹ ਤਾਂ ਹੀ ਬਣਿਆ ਉਹਨੇ ਪਹਿਲਾਂ ਆਪਣੇ ਦੋਸ਼ ਵੇਖੇ ਨੇ, ਆਪਣੇ ਔਗਣ ਵੇਖੇ ਨੇ, ਆਪਣੇ ਗੁਨਾਹ ਵੇਖੇ ਨੇ, ਤੇ ਉਹਨਾਂ ਗੁਨਾਹਾਂ, ਉਹਨਾਂ ਦੋਸ਼ਾਂ ਨੂੰ ਸਟੈਪ ਬਾਏ ਸਟੈਪ, ਤਰਤੀਬਵਾਰ, ਆਹਿਸਤਾ ਆਹਿਸਤਾ ਕਰਕੇ ਆਪਣੀ ਜ਼ਿੰਦਗੀ ਚੋਂ ਦਰਕਿਨਾਰ ਕਰ ਦਿੱਤਾ, ਕੱਢ ਦਿੱਤਾ, ਤੇ ਉਹ ਗੁਰਮੁਖ ਬਣ ਗਿਆ, ਗੁਰਸਿੱਖ ਬਣ ਗਿਆ, ਗੁਣੀ ਬਣ ਗਿਆ। ਪਰ ਬਹੁਤ ਲੋਕ ਨੇ ਜਿਹੜੇ ਜੀਵਨ ਦੇ ਅੰਦਰ ਪਹਿਲਾਂ ਇਹ ਹੀ ਦੇਖਦੇ ਨੇ ਵੀ ਆਪਣੇ ਅੰਦਰ ਝਾਤ ਮਾਰਨੀ, ਸਵੈ ਪੜਚੋਲ ਕਰਨੀ, ਆਪਾ ਨਿਰੀਖਣ ਕਰਨਾ ਕਿ ਮੇਰੇ ਅੰਦਰ ਦੋਸ਼ ਕੀ ਨੇ, ਮੇਰੇ ਅੰਦਰ ਔਗਣ ਕੀ ਨੇ, ਮੇਰੇ ਮਨ ਦੀ ਅਵਸਥਾ ਕੀ ਹੈ। ਬਹੁਤ ਘੱਟ ਲੋਕ ਇਸ ਬਾਬਤ ਸੋਚਦੇ ਨੇ। ਮੈਂ ਕਹਿੰਦਾ ਇਹ ਸੋਚਣਾ ਵੀ ਬੜੀ ਵੱਡੀ ਇੱਕ ਪ੍ਰਾਪਤੀ ਹੈ, ਇਹ ਸੋਚਣਾ ਵੀ ਬੜਾ ਵੱਡਾ ਇੱਕ ਕਰਮ ਹੈ। ਤੇ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ, ਉਸ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਜਿਹਨੂੰ ਇਹ ਸੋਝੀ ਮਿਲੀ ਹੈ ਕਿ ਮਨ ਦੀ ਹਾਲਤ ਤਾਂ ਇਹ ਹੈ ਕਿ ਮਨ ਚਾਰੇ ਦਿਸ਼ਾਵਾਂ ਵਿੱਚ, 10 ਦਿਸ਼ਾਵਾਂ ਵਿੱਚ ਭਟਕਦਾ ਪਿਆ। ਸਤਿਗੁਰੂ ਜੀ ਕਿਰਪਾ ਕਰਦੇ, ਮਾਈ ਮਨ ਮੇਰੋ ਬਸ ਨਾਹੇ, ਐ ਮੇਰੀ ਮਾਂ, ਮੇਰੀ ਮਾਤਾ, ਮੇਰਾ ਮਨ ਮੇਰੇ ਬਸ ਵਿੱਚ ਹੈ ਨਹੀਂ। ਕਹਿੰਦੇ ਮੈਂ ਦੇਖਿਆ ਹੈ, ਨਿਸ ਬਾਸੁਰ ਵਿਖਿਆਨ ਕੋ ਧਾਵਤ, ਕਿਹ ਬਿਦ ਰੋਕੂ ਤਾਹੇ। ਨਿਸ ਦਾ ਅਰਥ ਹੁੰਦਾ ਹੈ ਰਾਤ, ਬਾਸੁਰ ਦਾ ਅਰਥ ਹੁੰਦਾ ਹੈ ਦਿਨ। ਕਹਿੰਦੇ ਮੈਂ ਦਿਨ ਰਾਤ ਦੇਖਦਾ ਵਾਂ ਕਿ ਇਹ ਵਿਖਿਆ ਵਿਕਾਰਾਂ ਦੇ ਵਿੱਚ ਲੱਗਾ ਹੋਇਆ। ਬਾਸੁਰ ਦਾ ਰਾਤ, ਦਿਨ ਦਾ ਤੇ ਪਤਾ ਹੈ ਵੀ ਦਿਨ ਵਿੱਚ ਮਨ, ਸਰੀਰ ਜਾਗਦਾ ਹੈ, ਸਰੀਰ ਕਰਕੇ ਮਨ ਭਟਕਦਾ ਹੈ, ਕਦੀ ਕਿਤੇ ਕਦੀ ਕਿਤੇ ਵਿਖੇ ਵਿਕਾਰਾਂ ਨੂੰ ਚਿਤਵਦਾ ਹੈ। ਪਰ ਗੁਰੂ ਸਾਹਿਬ ਜੀ ਨੇ ਕਿਹਾ ਮਨ ਇੱਕ ਐਸੀ ਚੀਜ਼ ਹੈ ਕਿ ਇਹ ਸਰੀਰ ਤੋਂ ਵੱਧ ਜਿਹੜਾ ਹੈ ਤਾਕਤ ਵਾਲਾ, ਜਾਂ ਸਰੀਰ ਤੋਂ ਵੱਧ ਵਿਚਰਨ ਵਾਲਾ ਹੈ ਕਿ ਕੁਝ ਘੰਟਿਆਂ ਬਾਅਦ ਸਾਡੇ ਸਰੀਰ ਨੂੰ ਵੀ ਆਰਾਮ ਦੀ ਜ਼ਰੂਰਤ ਪੈ ਜਾਂਦੀ ਹੈ। ਪਰ ਮਨ ਐਸੀ ਸ਼ੈ ਹੈ ਕਿ ਇਹ ਦਿਨ ਰਾਤ ਕਰਮ ਕਰਦਾ ਰਹਿੰਦਾ, ਦਿਨ ਰਾਤ ਕਰਮ ਕਰਦਾ ਰਹਿੰਦਾ। ਸਾਡੀਆਂ ਅਵਸਥਾਵਾਂ ਨੇ ਨਾ, ਇੱਕ ਜਾਗਰਤ ਅਵਸਥਾ ਹੈ ਜਿਹਦੇ ਵਿੱਚ ਤਨ ਤੇ ਮਨ ਸੁਚੇਤ ਰਹਿੰਦਾ, ਜਾਗਦਾ ਹੈ। ਪਰ ਇੱਕ ਸੁਪਨ ਅਵਸਥਾ ਹੈ, ਸੁਪਨ ਅਵਸਥਾ ਵਿੱਚ ਸਾਡਾ ਸਰੀਰ ਸੌਂ ਜਾਂਦਾ ਹੈ ਪਰ ਮਨ ਉੱਥੇ ਵੀ ਨਹੀਂ ਸੌਂਦਾ। ਜੋ ਰਾਤ ਵਿੱਚ ਫੁਰਨੇ ਬਣਦੇ ਨੇ, ਜੋ ਸੁਪਨੇ ਅਸਾਂ ਨੂੰ ਆਉਂਦੇ ਨੇ, ਉਹ ਸਾਡੇ ਮਨ ਜਾਗਦੇ ਹੋਏ ਦੇ ਸੁਪਨੇ ਨੇ। ਭਾਵੇਂ ਸਰੀਰ ਸੁੱਤਾ ਹੈ ਪਰ ਮਨ ਫਿਰ ਵੀ ਸੁੱਤਿਆਂ ਪਿਆਂ ਵੀ ਫੁਰਨੇ ਕਰੀ ਜਾਂਦਾ ਹੈ, ਕਰਮ ਕਮਾਈ ਜਾਂਦਾ ਹੈ, ਵਿਖਿਆਂ ਨੂੰ ਚਿਤਵਦਾ ਰਹਿੰਦਾ ਹੈ। ਤੇ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ, ਨਿਸ ਬਾਸੁਰ ਵਿਖਿਆਨ ਕੋ ਧਾਵਤ। ਧਾਵਤ ਦਾ ਅਰਥ ਹੈ ਦੌੜਨਾ, ਭੱਜਣਾ, ਕਿ ਦਿਨ ਰਾਤ ਇਹ ਵਿਸ਼ਿਆਂ ਵਾਲੇ ਪਾਸੇ ਦੌੜਦਾ ਹੈ। ਕਿਹ ਬਿਦ ਰੋਕੂ ਤਾਹੇ, ਮੈਂ ਇਹਨੂੰ ਕਿਵੇਂ ਰੋਕਾਂ। ਉਹੀ ਯਤਨ ਕਰੇਗਾ ਨਾ ਜਿਹਨੂੰ ਪਹਿਲਾਂ ਪਤਾ ਲੱਗਦਾ ਪਿਆ ਵੀ ਮੇਰਾ ਮਨ ਦੌੜ ਰਿਹਾ ਹੈ, ਮੇਰਾ ਮਨ ਭੱਜ ਰਿਹਾ ਹੈ। ਤੇ ਇਹ ਉਦੋਂ ਪਤਾ ਲੱਗੇਗਾ ਜਦੋਂ ਇਹ ਅਵਸਥਾ ਬਣ ਜਾਏਗੀ ਮੈਂ ਤੇ ਮਨ ਵੱਖਰੇ ਆ। ਜਿੰਨਾ ਚਿਰ ਅਸੀਂ ਮਨ ਹੀ ਬਣੇ ਬੈਠੇ ਆ ਨਾ, ਉਹਨਾਂ ਚਿਰ ਇਹ ਨਹੀਂ ਪਤਾ ਲੱਗੇਗਾ ਵੀ ਅਸੀਂ ਵਿਖਿਆਂ ਵਿੱਚ ਆ, ਵਿਕਾਰਾਂ ਵਿੱਚ ਆ, ਭਟਕਣਾ ਵਿੱਚ ਆ। ਉਹਨਾਂ ਚਿਰ ਇਸ ਗੱਲ ਦੀ ਸੋਝੀ ਨਹੀਂ ਆਏਗੀ ਕਿਉਂਕਿ ਮਨ ਆਪਣਾ ਰੂਪ ਜਾਣ ਲਿਆ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਅਵਸਥਾ ਉਹਦੀ ਹੈ ਜਿਹਨੂੰ ਇੰਨਾ ਪਤਾ ਲੱਗ ਗਿਆ ਕਿ ਮੈਂ ਤੇ ਮਨ ਵੱਖਰੇ ਹਾਂ। ਮੈਂ ਮਨ ਨਹੀਂ, ਮਨ ਹੋਰ ਹੈ, ਮੈਂ ਹੋਰ ਹਾਂ, ਪਰ ਮੇਰੀ ਮੈਂ ਨੂੰ ਮਨ ਚਿਮੜਿਆ ਹੋਇਆ ਹੈ। ਜਿਸ ਪਾਸੇ ਦੌੜਦਾ ਹੈ ਮੇਰੀ ਮੈਂ ਵੀ ਉਸੇ ਪਾਸੇ ਦੌੜਦੀ ਹੈ। ਫਿਰ ਉਹ ਇਨਸਾਨ ਯਤਨ ਕਰਦਾ ਹੈ ਕਿ ਕਿਹ ਬਿਦ ਰੋਕੂ ਤਾਹੇ, ਹੁਣ ਮੈਂ ਕਿਹੜਾ ਢੰਗ ਵਰਤਾਂ, ਕਿਹੜੀ ਵਿਧੀ ਵਰਤਾਂ, ਕਿਹੜਾ ਉਪਰਾਲਾ ਕਰਾਂ, ਕਿਹੜਾ ਯਤਨ ਕਰਾਂ ਕਿ ਮੇਰਾ ਮਨ ਜਿਹੜਾ ਹੈ ਉਹ ਰੁਕ ਜਾਏ। ਇਹਨੂੰ ਧਾਵਤ ਵਰਜ ਰਹਾਇਆ, ਇਹ ਭੱਜਦਾ ਦੌੜਦਾ ਜਿਹੜਾ ਹੈ ਇਹਨੂੰ ਮੈਂ ਵਰਜ ਲਵਾਂ, ਇਹਨੂੰ ਮੈਂ ਰੋਕ ਲਵਾਂ। ਪਰ ਅੱਗੇ ਦੀ ਅਵਸਥਾ ਸਤਿਗੁਰੂ ਜੀ ਫਿਰ ਲਿਖਦੇ ਨੇ, ਕਹਿੰਦੇ ਇਹਦੀ ਅਵਸਥਾ ਕੀ ਹੈ, ਵੇਦ ਪ੍ਰਾਣ, ਇਹ ਮੰਨੀਆਂ ਗਈਆਂ ਨਾ ਚੀਜ਼ਾਂ ਜੋ ਧਾਰਮਿਕ ਗ੍ਰੰਥ ਨੇ, ਧਾਰਮਿਕ ਕਰਮ ਨੇ, ਇਹ ਸਾਰੇ ਕਰਮ ਇਸੇ ਕਰਕੇ ਨੇ ਕਿ ਸਾਡਾ ਮਨ ਜਿਹੜਾ ਉਹ ਵੱਜ ਜਾਏ, ਸਾਡਾ ਮਨ ਜਿਹੜਾ ਰੁਕ ਜਾਏ। ਬਾਣੀ ਦੇ ਅੰਦਰ ਮਨ ਨੂੰ ਜਿਹੜਾ ਹੈ
ਕਈ ਪਸ਼ੂਆਂ ਨਾਲ ਵੀ ਉਪਮਾ ਦਿੱਤੀ, ਤੁਲਨਾ ਦਿੱਤੀ ਹੈ। ਕਈ ਜੀਵਾਂ ਨਾਲ ਮਨ ਨੂੰ ਤੁਲਨਾ ਦਿੱਤੀ ਹੈ। ਜਦੋਂ ਅਸੀਂ ਬਾਣੀ ਦੇ ਸੰਦਰਭ ਵਿੱਚ ਦੇਖਾਂਗੇ ਨਾ, ਮਨ ਨੂੰ ਸਤਿਗੁਰਾਂ ਨੇ ਖੁੱਟਹਰ ਕਿਹਾ, ਖੋਤਾ ਕਿਹਾ। ਮਨ ਨੂੰ ਸਤਿਗੁਰਾਂ ਨੇ ਸਵਾਨ ਕਿਹਾ, ਕੁੱਤਾ ਕਿਹਾ। ਮਨ ਨੂੰ ਸਤਿਗੁਰਾਂ ਨੇ ਮਤੰਗ ਕਿਹਾ, ਹਾਥੀ ਕਿਹਾ। ਮਨ ਨੂੰ ਸਤਿਗੁਰਾਂ ਨੇ ਕਰਹਲੇ ਮਨ ਪਰਦੇਸੀਆ, ਕਰਹਲੇ ਊਂਠ ਦਾ ਬੱਚਾ ਹੁੰਦਾ, ਇਹ ਵੀ ਬੜਾ ਚੰਚਲ ਹੁੰਦਾ। ਤੇ ਦਤਾਰ ਪਿਤਾ ਮਹਾਰਾਜ ਨੇ ਕਰਹਲਾ ਸ਼ਬਦ ਵੀ ਮਨ ਲਈ ਵਰਤਿਆ, ਬਾਂਦਰ ਸ਼ਬਦ ਵੀ ਮਨ ਲਈ ਵਰਤਿਆ, ਬਾਲਕ ਸ਼ਬਦ ਵੀ ਮਨ ਦੇ ਲਈ ਵਰਤਿਆ। ਭਾਵ ਜਿਨ੍ਹਾਂ ਜਾਨਵਰਾਂ, ਜਿਨ੍ਹਾਂ ਜੀਵਾਂ ਦੇ ਇਹ ਗੁਣ ਜਾਂ ਦੋਸ਼ ਨੇ ਵੀ ਜਿਹੜੇ ਬੜੇ ਚੰਚਲ ਨੇ, ਬੜੇ ਨਾਦਾਨ ਨੇ, ਬੜੇ ਮਾਧੋ ਨੇ, ਉਹਨਾਂ ਦੇ ਨਾਲ ਮਨ ਦੀ ਤੁਲਨਾ ਕੀਤੀ ਹੈ। ਮਨ ਖੁਟਹਰ ਹੈ, ਪਰ ਹਰ ਥਾਂ ਤੇ ਨਹੀਂ। ਬੜੀਆਂ ਥਾਵਾਂ ਤੇ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਮਨ ਜਿਹੜਾ ਹੈ ਉਹ ਜੋਤ ਸਰੂਪ ਹੈ। ਮਨ ਜਿਹੜਾ ਹੈ ਉਹ ਬੜਾ ਮਹਾਨ, ਬੜੀ ਸ਼ਕਤੀਸ਼ਾਲੀ ਚੀਜ਼ ਹੈ। ਪਰ ਜਦੋਂ ਮਨ ਸੁਧਰ ਜਾਂਦਾ, ਦੋ ਤਰ੍ਹਾਂ ਦੇ ਮਨ ਵੈਸੇ ਤਾਂ ਬੜੇ ਮੰਨੇ ਨੇ, ਪਰ ਜ਼ਿਆਦਾਤਰ ਇਹ ਮੰਨਿਆ ਵੀ ਇੱਕ ਵਿਗੜਿਆ ਹੋਇਆ ਮਨ, ਸਿੱਧੇ ਸ਼ਬਦ ਵਰਤਾਂ, ਤੇ ਇੱਕ ਸੁਧਰਿਆ ਹੋਇਆ ਮਨ। ਵਿਗੜਿਆ ਹੋਇਆ ਮਨ ਜਿਹੜਾ ਹੈ, ਜਿਹੜੇ ਪਹਿਲੀਆਂ ਮੈਂ ਉਪਮਾ ਤੁਲਨਾ ਦਿੱਤੀਆਂ ਵੀ ਖੋਤੇ ਨਾਲ, ਹਾਥੀ ਨਾਲ, ਮਤੰਗ ਨਾਲ, ਬੰਦਰ ਨਾਲ, ਇਹ ਵਿਗੜੇ ਹੋਏ ਮਨ ਦੀ ਉਦਾਹਰਨ ਸਾਰੀ ਇਹਨਾਂ ਜਾਨਵਰਾਂ ਨਾਲ ਦਿੱਤੀ ਹੈ। ਪਰ ਜਦੋਂ ਸੁਧਰੇ ਹੋਏ ਮਨ ਦੀ ਗੱਲ ਸਤਿਗੁਰਾਂ ਨੇ ਬਾਣੀ ਵਿੱਚ ਕੀਤੀ ਹੈ, ਸੁਧਰੇ ਹੋਏ ਮਨ ਨੂੰ ਪਰਮਾਤਮ ਸਰੂਪ ਮੰਨਿਆ, ਸੁਧਰੇ ਹੋਏ ਮਨ ਨੂੰ ਦੇਵ ਸਰੂਪ ਮੰਨਿਆ ਹੈ, ਸੁਧਰਿਆ ਹੋਇਆ ਮਨ ਬੜਾ ਸ਼ਕਤੀਸ਼ਾਲੀ ਮੰਨਿਆ ਹੈ। ਸੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਿਸ ਬਾਸੁਰ ਵਿਖਿਆਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ ਕਿਵੇਂ ਰੋਕਾਂ। ਤੇ ਮਨ ਨੂੰ ਰੋਕਣ ਦਾ ਯਤਨ ਹੈ। ਅਸੀਂ ਕਹਿੰਦੇ ਆ ਨਾ ਵੀ ਜੇ ਕੋਈ ਜਾਨਵਰ ਜ਼ਿਆਦਾ ਤੰਗ ਕਰਦਾ ਹੈ, ਪਛੰਡੇ ਮਾਰਦਾ ਹੈ, ਤੇ ਉਹਨੂੰ ਪੈਖਰ ਪਾ ਦਿੰਨੇ ਆ ਵੀ ਉਹਦਾ ਅਗਲਾ ਪੈਰ ਤੇ ਪਿਛਲਾ ਪੈਰ ਜਿਵੇਂ ਖੱਚਰ ਦਾ ਬੰਨ੍ਹ ਦਿੱਤਾ ਜਾਂਦਾ ਵੀ ਜ਼ਿਆਦਾ ਭੱਜ ਨਾ ਸਕੇ, ਲੋੜ ਮੁਤਾਬਕ ਵਿਚਰੇ। ਤੇ ਗੁਰਦੇਵ ਜੀ ਨੇ ਬਾਣੀ ਵਿੱਚ ਇਹ ਵੀ ਵਚਨ ਕੀਤੇ ਨੇ ਕਿ ਭੱਜਦੇ ਹੋਏ ਮਨ ਦੇ ਲਈ ਵੀ ਇੱਕ ਪੈਖਰ ਹੈ, ਇੱਕ ਤਾਲਾ ਹੈ, ਇੱਕ ਰੁਕਾਵਟ ਹੈ। ਉਹ ਹੈ ਬਾਣੀ, ਉਹ ਹੈ ਧਰਮ ਦੇ ਕਰਮ, ਉਹ ਹੈ ਜੀਵਨ ਦੇ ਅੰਦਰ ਜੋ ਮਰਿਆਦਾ ਅਸੀਂ ਧਾਰਮਿਕ ਅਪਣਾਉਂਦੇ ਆ। ਇਹ ਸਾਰੀ ਮਰਿਆਦਾ ਮਨ ਨੂੰ ਸਾਧਨ ਵਾਸਤੇ। ਜੇ ਮਨ ਨਹੀਂ ਸਾਧਿਆ ਗਿਆ ਤੇ ਇਹ ਕੀਤੀਆਂ ਹੋਈਆਂ ਸਾਰੀਆਂ ਮਰਿਆਦਾਵਾਂ ਬੇਅਰਥ ਹੋ ਜਾਂਦੀਆਂ, ਅਕਾਰਤ ਹੋ ਜਾਂਦੀਆਂ ਨੇ। ਕਈ ਵਾਰੀ ਅਸੀਂ ਇਹ ਗੱਲ ਸੋਚਦੇ ਹਾਂ ਕਿ ਜੋ ਸਾਡੀਆਂ ਮਰਿਆਦਾਵਾਂ ਨੇ ਹਰ ਧਰਮ ਦੀਆਂ, ਕਿ ਸ਼ਾਇਦ ਇਹ ਪਰਮਾਤਮਾ ਨੂੰ ਪ੍ਰਾਪਤ ਹੋਣ ਵਾਸਤੇ ਨੇ। ਨਹੀਂ, ਮਰਿਆਦਾ ਕੋਈ ਪਰਮਾਤਮਾ ਨੂੰ ਪ੍ਰਾਪਤ ਹੋਣ ਵਾਸਤੇ ਨਹੀਂ। ਮਰਿਆਦਾ ਕੇਵਲ ਤਾਂ ਕੇਵਲ ਸਾਡੇ ਮਨ ਨੂੰ, ਸਾਡੇ ਆਪੇ ਨੂੰ ਬੰਨ੍ਹਦੀ ਹੈ। ਤੇ ਆਪੇ ਵਿੱਚ ਬੱਝਿਆ ਹੋਇਆ, ਇਕਾਗਰ ਹੋਇਆ ਮਨ ਹੀ ਉਸ ਮਾਲਕ ਪਰਮਾਤਮਾ ਦੀ ਗਮਤਾ ਕਰ ਸਕਦਾ ਹੈ। ਇਉਂ ਕਹਿ ਸਕਦੇ ਹਾਂ ਵੀ ਇਹ ਮਰਿਆਦਾਵਾਂ ਸਾਡੇ ਮਨ ਨੂੰ ਇਕਾਗਰ ਕਰਨ ਵਿੱਚ ਸਹਾਈ ਹੁੰਦੀਆਂ ਨੇ। ਤੇ ਜਦੋਂ ਮਨ ਇਕਾਗਰ ਤੇ ਫਿਰ ਪਰਮਾਤਮਾ ਦੀ ਲਖਤਾ ਹੈ। ਪਰ ਜੇ ਮਨ ਇਕਾਗਰ ਨਹੀਂ ਹੋਇਆ ਫਿਰ ਭਾਵੇਂ ਸਾਰੀ ਉਮਰ ਬੰਦਾ ਇਹ ਕਰਮ ਕਰਦਾ ਰਹੇ। ਹਾਲਾਂਕਿ ਇਹਨਾਂ ਦੇ ਨਾਲ ਹੀ ਕਈ ਵਾਰੀ ਅਸੀਂ ਇਹ ਵੀ ਬਚਨ ਸੁਣਨੇ ਆ ਕਿ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਤੀਰਥ ਰਟਣ ਦਾ ਕੀ ਫਾਇਦਾ ਹੈ, ਕੀ ਮਕਸਦ ਹੈ। ਪਰ ਗੁਰੂ ਸਵਾਰਿਓ, ਇਹਨਾਂ ਦੇ ਕਰਕੇ ਹੀ ਮਨ ਸਾਧਿਆ ਜਾਣਾ। ਜੇ ਕਿਸੇ ਦਾ ਨਹੀਂ ਸਾਧਿਆ ਜਾ ਰਿਹਾ ਤੇ ਉਹਦੇ ਆਪਣੇ ਦੋਸ਼ ਨੇ, ਆਪਣੇ ਕਰਮ ਨੇ, ਜਾਂ ਉਸ ਤੀਬਰਤਾ ਦੇ ਨਾਲ, ਉਸ ਗਿਆਨ ਦੇ ਨਾਲ ਉਹ ਇਹ ਕਰਮ ਨਹੀਂ ਕਰ ਰਿਹਾ। ਨਹੀਂ ਤੇ ਮਨ ਸਾਧਣ ਦੇ ਲਈ ਇਹ ਹੀ ਯਤਨ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮਨ ਨੂੰ ਰੋਕਣ ਦੇ ਲਈ ਲੋਕ ਕਹਿੰਦੇ ਨੇ ਇਹ ਕੰਮ ਕਰੋ, ਵੇਦ ਪ੍ਰਾਨ ਸਿਮਰਤ ਕੇ ਮਤ ਸੁਣ, ਨਿਮਖ ਨਾ ਹੀਐ ਬਸਾਵੇ। ਕਹਿੰਦੇ ਵੇਦਾਂ ਦਾ ਪਾਠ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ, ਪੁਰਾਣਾਂ ਦਾ ਪਾਠ ਕਰਨਾ, ਸਿਮਰਤੀਆਂ ਦਾ ਪਾਠ ਕਰਨਾ, ਉਹਨਾਂ ਨੂੰ ਪੜ੍ਹਨਾ, ਗੁਰਬਾਣੀ ਦਾ ਪਾਠ ਕਰਨਾ, ਇਹ ਸਭ ਯਤਨ ਜਿਹੜੇ ਨੇ ਮਨ ਨੂੰ ਸਾਧਨ ਵਾਸਤੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਸੁਣ ਕੇ, ਵਿਚਾਰ ਕੇ ਮਤ ਸੁਣ। ਕਿ ਇਹਨਾਂ ਦੇ ਮਤ ਦਾ ਅਰਥ ਹੈ ਉਪਦੇਸ਼, ਕਿ ਵੇਦਾਂ ਦਾ ਉਪਦੇਸ਼, ਸਿਮਰਤੀਆਂ ਦਾ ਉਪਦੇਸ਼, ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਸੁਣਿਆ, ਪਰ ਸੁਣ ਕੇ ਨਿਮਖ ਨਾ ਹੀਐ ਵਸਾਵੈ, ਵਸਾਇਆ ਨਹੀਂ। ਪਰ ਇੱਥੇ ਆ ਕੇ ਫਰਕ ਪੈ ਗਿਆ ਕਿ ਸੁਣਿਆ ਸਭ ਕੁਝ, ਸੁਣਾਇਆ ਸਭ ਕੁਝ, ਪਰ ਨਿਮਖ ਨਾ ਹੀਐ ਵਸਾਵੈ। ਆਪਣੇ ਮਨ ਵਿੱਚ ਨਿਮਖ ਮਾਤਰ ਵੀ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ। ਮਨ ਵਿੱਚ ਕੀ ਵਸਿਆ? ਗੁਰੂ ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ, ਪਰ ਧਨ
ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ। ਕਹਿੰਦੇ ਮਨ ਵਿੱਚ ਜੋ ਵਸਾਣਾ ਸੀ ਉਹ ਵਸਾਇਆ ਨਹੀਂ, ਤੇ ਮਨ ਵਿੱਚ ਉਹ ਚੀਜ਼ਾਂ ਵਸਾਈਆਂ ਜਿਹੜੀਆਂ ਮਨ ਨੂੰ ਭੜਕਾ ਰਹੀਆਂ, ਮਨ ਨੂੰ ਦਹਿ ਦਿਸ ਵਾਲੇ ਪਾਸੇ ਦੌੜਾ ਰਹੀਆਂ ਨੇ। ਕੀ ਵਸਾਇਆ? ਪਰ ਧਨ, ਪਰ ਦਾਰਾ, ਪਰਾਇਆ ਤਨ ਤੇ ਪਰਾਇਆ ਧਨ ਜਿਹੜਾ ਹੈ ਉਹਨਾਂ ਦੇ ਵਿੱਚ ਮਨ ਰਚਿਆ ਹੋਇਆ ਹੈ। ਬਿਰਥਾ ਜਨਮ ਸਿਰਾਵੈ, ਤੇ ਸਾਰਾ ਜਿਹੜਾ ਜਨਮ ਹੈ ਉਹ ਬਿਲਕੁਲ ਵਿਅਰਥ ਜਾ ਰਿਹਾ। ਮਦ ਮਾਇਆ ਕਹਿ ਭਇਓ ਬਾਬਰੋ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਮਾਇਆ ਦੇ ਵਿੱਚ ਇਹ ਭਟਕਦਾ ਪਿਆ, ਮਾਇਆ ਦੇ ਵਿੱਚ ਗਲਤਾਨ ਹੈ। ਇੱਕ ਸਵਾਲ ਹੋਰ ਨਾਲ ਕਰਦਿਆਂ ਸ਼ੰਕਾ ਮਨ ਵਿੱਚ ਕਈ ਵਾਰੀ ਉੱਠਦਾ ਹੈ ਕਿ ਜਿਨ੍ਹਾਂ ਦਾ ਮਨ ਸੁਧਰ ਗਿਆ, ਮੰਨ ਲਓ ਜਿਨ੍ਹਾਂ ਦਾ ਮਨ ਇਕਾਗਰ ਹੋ ਗਿਆ, ਉਹ ਕਿੱਥੇ ਰਹਿੰਦੇ ਨੇ? ਉਹ ਵੀ ਤਾਂ ਇਸੇ ਸੰਸਾਰ ਵਿੱਚ ਹੀ ਰਹਿਣਗੇ ਨਾ। ਸੁਧਰਿਆ ਹੋਇਆ ਮਨ, ਜਾਂ ਇਉਂ ਕਹਿ ਲਈਏ ਵੀ ਗੁਰਮੁਖ ਮਨ ਤੇ ਮਨਮੁਖ ਮਨ, ਉਹ ਦੋਹਾਂ ਦਾ ਵਾਸਾ ਤੇ ਸੰਸਾਰ ਵਿੱਚ ਹੀ ਹੈ ਨਾ। ਫਰਕ ਕੀ ਹੈ? ਗੁਰਮੁਖ ਵੀ ਉਸੇ ਸੰਸਾਰ ਵਿੱਚ ਰਹਿੰਦਾ ਹੈ, ਮਨਮੁਖ ਵੀ ਉਸੇ ਸੰਸਾਰ ਵਿੱਚ ਰਹਿੰਦਾ ਹੈ। ਫਰਕ ਕਿੱਥੇ ਪੈਂਦਾ ਹੈ? ਫਰਕ ਆਪਣੀ ਜੀਵਨ ਸ਼ੈਲੀ ਵਿੱਚ ਪੈ ਜਾਂਦਾ ਹੈ ਕਿ ਮਨਮੁਖ ਸੰਸਾਰ ਨੂੰ ਹੋਰ ਦ੍ਰਿਸ਼ਟੀ ਨਾਲ ਵੇਖਦਾ ਹੈ ਤੇ ਗੁਰਮੁਖ ਸੰਸਾਰ ਨੂੰ ਹੋਰ ਦ੍ਰਿਸ਼ਟੀ ਨਾਲ ਵੇਖਦਾ। ਇਹਨੂੰ ਖੋਲਾਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਕਵਿਤ ਹੈ। ਉਹਨਾਂ ਕਿਹਾ ਵੇਖੋ ਮਨਮੁਖ ਤੇ ਗੁਰਮੁਖ, ਇਹ ਨਹੀਂ ਵੀ ਮਨਮੁਖ ਕਿਸੇ ਹੋਰ ਘਰ ਰਹਿੰਦਾ ਹੈ, ਕਿਸੇ ਹੋਰ ਸੰਸਾਰ ਵਿੱਚ ਰਹਿੰਦਾ ਹੈ, ਤੇ ਗੁਰਮੁਖ ਕਿਸੇ ਹੋਰ ਥਾਂ ਤੇ ਰਹਿੰਦਾ ਹੈ। ਰਹਿੰਦੇ ਇੱਕੋ ਥਾਂ ਤੇ ਨੇ, ਪਰ ਇੱਕੋ ਥਾਂ ਤੇ ਰਹਿਣ ਵਾਲਿਆਂ ਦੀ ਬਿਰਤੀ ਵਿੱਚ ਫਰਕ ਹੈ। ਇੱਕ ਨੂੰ ਉਹ ਥਾਂ ਸੁਖ ਦੇ ਰਹੀ ਹੈ ਤੇ ਇੱਕ ਦੇ ਲਈ ਉਹ ਥਾਂ ਕਲੇਸ਼ ਬਣੀ ਹੋਈ ਹੈ। ਕਾਰਨ ਕੀ ਹੈ? ਥਾਂ ਦਾ ਕਸੂਰ ਨਹੀਂ, ਕਸੂਰ ਸਾਡੇ ਮਨ ਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਕਵਿਤ ਹੈ ਇੱਕ। ਉਹ ਕਹਿੰਦੇ ਦੇਖੋ ਇੱਕ ਪੰਛੀ ਹੁੰਦਾ ਹੈ, ਜਾਨਵਰ ਹੁੰਦਾ ਹੈ, ਚਕਵਾ ਤੇ ਚਕਵੀ। ਕਹਿੰਦੇ ਚਕਵੀ ਤੇ ਚਕਵਾ, ਉਹਨਾਂ ਨੂੰ ਇੱਕ ਸਰਾਪ ਹੈ ਵੀ ਰਾਤ ਦੇ ਵੇਲੇ ਦੋਵੇਂ ਵਿਛੜ ਜਾਂਦੇ। ਪਰ ਕਹਿੰਦੇ ਜੇ ਰਾਤ ਚਾਨਣੀ ਹੋਵੇ ਨਾ, ਚਕਵੀ ਚੰਦਰਮਾ ਵਾਲੇ ਪਾਸੇ ਨੂੰ ਵੇਖਦੀ ਹੈ, ਚੰਦ ਚਕੋਰ ਪ੍ਰੀਤ ਹੈ, ਉਹਦੀ ਪ੍ਰੀਤ ਹੈ ਚਕਵੀ ਦੀ। ਕਹਿਣ ਲੱਗੇ ਉਹ ਚੰਦਰਮਾ ਵਾਲੇ ਪਾਸੇ ਨੂੰ ਦੇਖਦੀ ਹੈ ਤੇ ਉਹਨੂੰ ਆਪਣੀ ਪਰਛਾਈ ਨਾਲ ਦਿਸਦੀ ਹੈ। ਰਾਤ ਦੇ ਸਮੇਂ ਪੂਰਨਮਾਸ਼ੀ ਦੀ ਰਾਤ ਹੋਵੇ, ਚਾਨਣੀ ਰਾਤ ਹੋਵੇ, ਤੇ ਚਕਵੀ ਨੂੰ ਆਪਣਾ ਪਰਛਾਵਾਂ ਦਿਸਦਾ ਰਾਤ ਨੂੰ। ਉਹ ਆਪਣਾ ਪਰਛਾਵਾਂ ਵੇਖ ਕੇ ਇੰਨੀ ਪ੍ਰਸੰਨ ਹੋ ਜਾਂਦੀ ਹੈ ਕਿ ਉਹਨੂੰ ਲੱਗਦਾ ਹੈ ਕਿ ਇਹ ਮੇਰੇ ਚਕਵੇ ਦਾ, ਮੇਰੇ ਸਾਥੀ ਦਾ ਪ੍ਰਤੀਬਿੰਬ ਹੈ, ਜਾਂ ਉਹ ਮੇਰੇ ਨਾਲ ਹੈ। ਕਹਿੰਦੇ ਆਪਣੇ ਪਰਛਾਵੇਂ ਨੂੰ ਵੇਖ ਕੇ ਹੀ, ਮਾਣ ਕੇ ਹੀ ਉਹ ਸਾਰੀ ਰਾਤ ਆਨੰਦ ਨਾਲ ਕੱਢ ਦਿੰਦੀ ਹੈ। ਪਰ ਕਹਿੰਦੇ ਇੱਕ ਹੋਰ ਜਾਨਵਰ ਹੈ, ਜਦੋਂ ਉਹ ਆਪਣਾ ਪਾਣੀ ਵਿੱਚ ਪਰਛਾਵਾਂ ਦੇਖਦਾ ਹੈ ਤੇ ਉਹ ਪਰਛਾਵਾਂ ਵੇਖ ਕਰ ਕਿਉਂ ਸੋਚਦਾ ਵੀ ਇਹ ਕੋਈ ਦੂਜਾ ਹੈ, ਤੇ ਜਿਉਂ ਹੀ ਉਹਦੇ ਉੱਤੇ ਗਰਜਦਾ ਹੈ, ਉਹਦੀ ਗਰਜਨਾ ਦੁਬਾਰਾ ਉਹਨੂੰ ਸੁਣਦੀ ਹੈ ਤੇ ਉਹਦੇ ਉੱਤੇ ਛਾਲ ਮਾਰ ਕੇ ਮਰ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਕੋ ਬਿਰਤੀ ਹੈ, ਇੱਕ ਨੂੰ ਆਪਣਾ ਪ੍ਰਤੀਬਿੰਬ, ਪ੍ਰਤੀਬਿੰਬ ਦਾ ਅਰਥ ਹੁੰਦਾ ਪਰਛਾਵਾਂ, ਇੱਕ ਨੂੰ ਆਪਣਾ ਪਰਛਾਵਾਂ ਆਨੰਦ ਪਿਆ ਦਿੰਦਾ ਹੈ, ਪਰ ਇੱਕ ਨੂੰ ਆਪਣਾ ਪਰਛਾਵਾਂ ਮੌਤ ਦੇ ਮੂੰਹ ਵਿੱਚ ਲੈ ਜਾਂਦਾ ਹੈ। ਕਹਿੰਦੇ ਹੈ ਦੋਵੇਂ, ਪਰ ਇੱਕ ਦੀ ਬਿਰਤੀ ਹੋਰ ਢੰਗ ਦੀ ਹੈ, ਦੂਸਰੇ ਦੀ ਬਿਰਤੀ ਹੋਰ ਢੰਗ ਦੀ ਹੈ। ਇੱਕ ਆਪਾ ਦੇਖ ਰਹੀ ਹੈ, ਇੱਕ ਦੁਐਤ ਦੇਖ ਰਹੀ ਹੈ। ਆਪਣੀ ਪਰਛਾਵੇਂ ਤੋਂ ਆਪਾ ਵੇਖਣ ਵਾਲਾ ਸਾਰੀ ਰਾਤ ਆਨੰਦ ਵਿੱਚ ਕੱਢ ਦਿੰਦਾ ਹੈ ਤੇ ਦੁਐਤ ਵੇਖਣ ਵਾਲਾ ਆਪ ਵੀ ਖਤਮ ਹੋ ਜਾਂਦਾ। ਉੱਥੇ ਉਹਨਾਂ ਦੇ ਬਚਨ ਹੈ, ਜੈਸੇ ਚੱਕਈ ਮੁਦਤ ਪੇਖ ਪ੍ਰਤੀਬਿੰਬ ਨਿਸ। ਨਿਸ ਦਾ ਅਰਥ ਜਿਵੇਂ ਪਹਿਲਾਂ ਕੀਤਾ ਨਿਸ ਬਾਸੁਰ ਰਾਤ, ਪ੍ਰਤੀਬਿੰਬ ਦਾ ਅਰਥ ਪਰਛਾਵਾਂ। ਕਹਿੰਦੇ ਜਿਵੇਂ ਚਕਵੀ ਮੁਦਤ, ਮੁਦਤ ਦਾ ਅਰਥ ਹੁੰਦਾ ਪ੍ਰਸੰਨ ਹੁੰਦੀ ਹੈ, ਪ੍ਰਤੀਬਿੰਬ ਨਿਸ ਵੀ ਰਾਤ ਨੂੰ ਆਪਣਾ ਪਰਛਾਵਾਂ ਵੇਖ ਕੇ। ਜੈਸੇ ਚੱਕੀ ਮੁਦਤ ਪੇਖ ਪ੍ਰਤੀਬਿੰਬ ਨਿਸ, ਸਿੰਘ ਪ੍ਰਤੀਬੰਬ ਦੇਖ ਕੂਪ ਮੈਂ ਪਰਤ ਹੈ। ਪਰ ਕਹਿੰਦੇ ਇੱਕ ਸ਼ੇਰ ਹੈ, ਉਹ ਖੂਹ ਵਿੱਚ ਪਾਣੀ ਵਿੱਚ ਆਪਣਾ ਪ੍ਰਤੀਬਿੰਬ ਵੇਖਦਾ ਹੈ, ਉਹਨੂੰ ਲੱਗਦਾ ਵੀ ਮੇਰੇ ਇਲਾਕੇ 'ਚ ਕੋਈ ਦੂਜਾ ਸ਼ੇਰ ਆ ਗਿਆ, ਉਹਦੇ ਤੇ ਝੜਪ ਮਾਰਦਾ ਤੇ ਖੂਹ ਵਿੱਚ ਡਿੱਗ ਜਾਂਦਾ, ਉਹਦੀ ਮੌਤ ਹੋ ਜਾਂਦੀ। ਦੂਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਤੀ। ਕਹਿਣ ਲੱਗੇ ਜਿਵੇਂ ਇੱਕ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਜਿਵੇਂ ਕੋਈ ਜੀਵ ਗੁਰਮੁਖ ਹੋਵੇ ਤੇ ਉਹ ਧਰਮ ਰਾਜ ਨੂੰ ਕਹਿੰਦਾ ਧਰਮ ਰਾਜ ਹੈ, ਧਰਮ ਦਾ ਨਿਆਂ ਕਰਨ ਵਾਲਾ ਹੈ, ਤੇ ਧਰਮ ਰਾਜ ਤੋਂ ਡਰਦਾ ਨਹੀਂ, ਧਰਮ ਰਾਜ ਦੇ ਨਾਲ ਉਹਦਾ ਪਿਆਰ ਹੈ। ਪਰ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ, ਜਿਹੜਾ ਪਾਪੀ ਬੰਦਾ ਹੈ, ਕਹਿੰਦੇ ਪਾਪੀ ਬੰਦੇ ਨੂੰ ਧਰਮ ਰਾਜ ਜਿਹੜਾ ਉਹ ਜਮ ਲੱਗਦਾ। ਦੋਵੇਂ ਨਾਂ ਧਰਮ ਰਾਜ ਦੇ ਨਾ, ਅਸੀਂ ਕਹਿੰਦੇ ਆ ਜਮ ਰਾਜ, ਜਮ ਦਾ ਨਾਂ ਤੇ ਭਿਆਨਕ ਹੈ,
ਤੇ ਅਸੀਂ ਧਰਮ ਰਾਏ ਵੀ ਕਹਿੰਦੇ ਆ। ਧਰਮ ਰਾਏ ਦਾ ਅਰਥ ਹੈ ਜਿਹੜਾ ਧਰਮ ਦਾ ਰਾਜਾ ਹੈ। ਹੁਣ ਕਹਿੰਦੇ ਰਾਜਾ ਇੱਕ ਹੈ, ਪਰ ਨਿਆਂ ਵਾਲੇ ਬੰਦੇ, ਸਤੀ ਬੰਦੇ, ਜਤੀ ਬੰਦੇ, ਇਮਾਨਦਾਰ ਬੰਦੇ ਲਈ ਰਾਜੇ ਕੋਲ ਜਾਣਾ ਬੜੀ ਇੱਜ਼ਤ ਤੇ ਪ੍ਰਤਿਸ਼ਠਾ ਦੀ ਗੱਲ ਹੈ। ਪਰ ਇੱਕ ਪਾਪੀ ਬੰਦਾ, ਇੱਕ ਠੱਗ ਬੰਦਾ, ਇੱਕ ਚੋਰ ਬੰਦਾ ਰਾਜੇ ਦੇ ਪਾਸ ਜਾਏਗਾ ਤੇ ਡਰੇਗਾ। ਇੱਕ ਨੂੰ ਰਾਜਾ ਡਰ ਦੇ ਰਿਹਾ ਤੇ ਇੱਕ ਨੂੰ ਰਾਜਾ ਜਿਹੜਾ ਹੈ ਉਹ ਮੁੱਦਤ ਪਿਆ ਕਰਦਾ, ਪ੍ਰਸੰਨ ਪਿਆ ਕਰਦਾ। ਰਾਜਾ ਤੇ ਇੱਕ ਹੈ ਨਾ, ਪਰ ਦੋਹਾਂ ਨੂੰ ਵੱਖੋ ਵੱਖਰਾ ਕਿਉਂ ਪ੍ਰਤੀਤ ਹੁੰਦਾ ਹੈ? ਕਿਉਂਕਿ ਉਹਨਾਂ ਦੇ ਆਪਣੇ ਕਰਮ ਦੋ ਰੂਪ ਦਿਖਾ ਰਹੇ ਨੇ। ਇੱਕ ਦਾ ਕਰਮ ਮਾੜਾ ਹੈ, ਮਾੜੇ ਨੂੰ ਭੈ ਆਏਗਾ। ਇੱਕ ਦਾ ਕਰਮ ਚੰਗਾ ਹੈ, ਚੰਗੇ ਨੂੰ ਉਹ ਮੁੱਦਤ ਕਰੇਗਾ, ਉਹ ਪ੍ਰਸੰਨ ਕਰੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਤੈਸੇ ਦੂਸਰੀ ਉਦਾਹਰਨ ਜਿਹੜੀ ਹੈ, ਕਹਿੰਦੇ ਜੈਸੇ ਕਾਚ ਮੰਦਰ ਮੈਂ ਮਾਨਸ ਆਨੰਦਮਈ, ਸਵਾਨ ਪੇਖ ਆਪਾ ਆਪ ਭੂਸ ਕੈ ਮਰਤ ਹੈ। ਦੂਸਰੀ ਉਦਾਹਰਨ ਦਿੱਤੀ ਸਵਾਨ ਤੇ ਮਨੁੱਖ ਦੀ। ਕਹਿੰਦੇ ਇੱਕ ਬੰਦਾ ਸ਼ੀਸ਼ ਮਹਿਲ ਵਿੱਚ ਵੜ ਜਾਏ, ਜਿੱਥੇ ਸ਼ੀਸ਼ੇ ਹੀ ਸ਼ੀਸ਼ੇ ਹੋਣ, ਉਹਨੂੰ ਹਰ ਪਾਸੇ ਆਪਣਾ ਰੂਪ ਦਿਸੇਗਾ। ਸ਼ੀਸ਼ਿਆਂ ਵਾਲੇ ਕਮਰੇ 'ਚ ਵੜ ਜੀ, ਹਰ ਪਾਸੇ ਆਪਣਾ ਅਕਸ਼ ਦਿਸਦਾ ਹੈ ਤੇ ਬੰਦਾ ਪ੍ਰਸੰਨ ਹੁੰਦਾ, ਡਰਦਾ ਤੇ ਨਹੀਂ ਨਾ। ਹਰ ਪਾਸੇ ਆਪਣੇ ਆ ਰੂਪ ਵੇਖ ਕੇ ਬੜਾ ਆਨੰਦਮਈ ਹੁੰਦਾ ਹੈ ਵੀ ਕੈਸੀ ਕਲਾਕਾਰੀ ਹੈ, कैसी महानता है कि शीशे ला करके शीश माल ऐसा बनाया कि हर पासे अपना रूप देखता है। पर भाई साहब भाई गुरदास जी कहते उसे शीश महल विच जे कुत्ता वड़ जाए, सुआन वड़ जाए, वो आनंदमय नहीं होएगा, वो खुश नहीं होएगा, वो भौंक भौंक के उत्थे ही मर जाएगा। ओदा जिहड़ा दिमाग है वो पागल हो जाएगा, क्योंकि उन्होंने हर पासे कुत्ते दिसणगे। ये नहीं जानेगा कि मेरा ही अक्ष है, वो जानेगा कि हर पासे मेरे उत्ते कुत्तियां दा हमला हो रहा है। कहंदे इक्को शीश महल, पर बंदा वड़ जाए तो आनंदमई, ते कुत्ता उत्थे वड़ जाए तो भौंक भौंक के मर जाता है। जैसे काच मंदिर में मानस आनंदमई, स्वान पेख आपा भूस भूस कै मरत है। भूस भूस का अर्थ है भौंक भौंक के मर जाता है। ते तीसरी उदाहरण है जैसे रव सुत को जम राय ओ धर्म राय। रब सुत सूरज का पुत्र मन्निया गया धर्मराज। कहते जिवें सूरज का पुत्र धर्मराज किसे लिए जम है ते किसे लिए धर्म राय है, आपो अपने कर्मा करके कहते धर्म अधर्म कै भाओ भै करत है। ते अखीरलियां उदाहरणा दित्तियां, कहते तैसे दुरमत गुरमत कै असाध साध। कहते इसे तरह बस दुरमत ते गुरमत है, जिदे कोल ते दुरमत है वो असाध वर्गा है, वो मनमुख वर्गा है, वो सुआन वर्गा है, वो सिंह वर्गा है। भाव द्वैत वेख के क्रुजदा है, लड़दा है, कलेश करदा है, ठगियां मारदा है, चोरियां करदा है, झगड़े करदा है, ईरखालू बिरती लै करके रखदा है। पर कहंदे एक गुरमुख है, ओदा जीवन साध वर्गा है, ओदा जीवन जेड़ा है चकवी वर्गा है, वो द्वैत नहीं देखदा। ओदा जीवन है मानस आनंदमई वर्गा है, जिवें सारे पासे अपना रूप दिसता है। कहंदे सारी लुकाई विच साधु जन अपना आपा ही देखते ने, इस करके सारियां नूं प्यार करदे। हाँ, सब तो ज़्यादा बंदा आपे नूं प्यार करदा है ना, ते जेड़ा सारियां नूं प्यार करदा होवे ओदा भाव है वो सारियां विच अपने आप नूं देख रहा है, आपा देख रहा है। ते भाई साहब भाई गुरदास जी कहंदे इसे तरह तैसे दुरमत गुरमत साध असाध कै चीनत आपा आप चीन ना चीनत चरत है। कहंदे एक अपना आपा चीन देने, चीनन दा अर्थ हुंदा जानना समझना, ते एक अपना आपा दुनिया विच देखदे नहीं, वो द्वैत विच रहिंदे ने, यतन कीते जांदे ने। गुरु तेग बहादुर महाराज जी कहंदे यतन कीते जा रहे ने, पर मन की अवस्था की है? मन माया में फद रहो निकसत नाहिन मीत, नानक मूरत चित्र ज्यों छाड़क नाहिन भीत। कई वारी बंदा यतन करदा है माया त्याग देना, संसार त्याग देना, जां ਉਹ ਧਰਮ ਉਹ ਕਰਮ त्याग देना ਜਿਹੜੇ ਲੱਗਦੇ ਹੁਣ ਵੀ ਇਹ ਜਿਹੜੇ ਨੇ ਨਿਰੰਕਾਰ ਤੋਂ ਤੋੜਦੇ ਨੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦ੍ਰਿਸ਼ਟੀ ਸੁਰਤ ਵੇਖੋ ਕਿੰਨੀ ਸੂਖਸ਼ਮ ਹੈ। ਕਹਿੰਦੇ ਕਈ ਵਾਰੀ ਦੀਵਾਰ ਤੇ ਬਹੁਤ ਲੰਮਾ ਸਮਾਂ ਕੋਈ चित्र ला दीए ना, कोई फोटो ला दीए, वो पुराना हो जाए बंदा फोटो उतार दिंदा है, पर आए गए हर बंदे नूं पता लगदा उत्थे ओदा चित्र बन जांदा, ओदा अक्ष बन जांदा है कि इत्थे कदी ना कदी कोई चीज़ टंगी हुई सी। गुरु साहब जी कहंदे संसार विच
ਬਹੁਤ ਐਸੇ ਲੋਕ ਮਿਲ ਜਾਣਗੇ ਜਿਹੜੇ ਆਪਣੇ ਆਪ ਨੂੰ ਮਹਾਨ ਤਪਸਵੀ, ਮਹਾਨ ਤਿਆਗੀ, ਧਰਮ ਦੀ ਦੁਨੀਆ ਵਿੱਚ ਮਹਾਨ ਮੰਨਦੇ ਹੋਣਗੇ, ਪਰ ਦਾਤਾ ਜੀ ਕਹਿੰਦੇ ਕਿਤੇ ਨਾ ਕਿਤੇ ਐਸੀ ਅਕਸ਼ ਦੇ ਦੇਣਗੇ, ਐਸਾ ਹਿੰਟ ਦੇ ਦੇਣਗੇ ਜਿੱਥੋਂ ਪਤਾ ਲੱਗੇਗਾ ਵੀ ਇਹ ਸਭ ਕੁਝ ਤਿਆਗਿਆ ਤੇ ਹੈ, ਪਰ ਤਿਆਗ ਦਾ ਮਾਣ ਅਜੇ ਵੀ ਜੀਵਨ ਦੇ ਅੰਦਰ ਬਰਕਰਾਰ ਹੈ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ। ਕਹਿੰਦੇ ਜਿਵੇਂ ਇੱਕ ਦੀਵਾਰ ਤੋਂ ਚਿੱਤਰ ਦਾ ਜਿਹੜਾ ਅਕਸ਼ ਦੂਰ ਨਹੀਂ ਹੁੰਦਾ ਨਾ, ਉਵੇਂ ਇਸੇ ਤਰ੍ਹਾਂ ਮਨ ਦੇ ਵਿੱਚ ਉਹ ਪਕੜ ਬਣੀ ਰਹਿੰਦੀ ਹੈ। ਤੇ ਦਾਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮਾਇਆ ਦੇ ਵਿੱਚ ਮਨ ਜਿਹੜਾ ਉਹ ਫੱਦਿਆ ਹੋਇਆ, ਲੱਗਿਆ ਹੋਇਆ ਹੈ। ਜਨਮ ਜਿਹੜਾ ਉਹ ਸਾਰਾ ਵਿਅਰਥ ਜਾ ਰਿਹਾ। ਕਿਸ ਬਿਦ ਕਿਹ ਬਿਦ ਰੋਕੋਂ ਤਾਹੇ। ਤਤਾਰ ਪਿਤਾ ਮਹਾਰਾਜ ਜੀ ਕਹਿੰਦੇ ਕਿਵੇਂ ਰੋਕਾਂ? ਵੇਦ ਪ੍ਰਾਣ ਸਿਮਰਤ ਕੇ ਮਤ ਸੁਨ, ਨਿਮਖ ਨਾ ਹੀਐ ਬਸਾਵੈ। ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਮੋਹ ਮਾਇਆ ਕੈ ਭਇਓ ਬਾਵਰੋ, ਸਮਝਤ ਨਹਿ ਕਛ ਗਿਆਨਾ। ਕਹਿੰਦੇ ਮਦ ਮਾਇਆ ਕੈ ਭਇਓ ਬਾਵਰੋ, ਸਮਝਤ ਨਹਿ ਕਛ ਗਿਆਨਾ। ਕੋਈ ਗਿਆਨ ਨਹੀਂ ਆਉਂਦਾ, ਕੋਈ ਧਿਆਨ ਨਹੀਂ ਆਉਂਦਾ। ਤੇ ਜਿਹੜਾ ਘਟ ਹੀ ਭੀਤਰ ਵਸਤ ਨਿਰੰਜਨ, ਤਾਕੋ ਮਰਮ ਨਾ ਜਾਣਾ। ਕਹਿੰਦੇ ਉਹਦਾ ਮਰਮ ਨਹੀਂ ਜਾਇਆ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਪਹੁਪ ਮਦ ਜਿਉ ਬਾਸ ਬਸਤ ਹੈ। ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਘਟ ਬਸੈ ਨਿਰੰਤਰ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਕਹਿੰਦੇ ਜਿੰਨਾ ਚਿਰ ਕਾਈ ਭਰਾ ਨਹੀਂ ਨਾ ਹੋਏਗੀ, ਉਹਨਾਂ ਚਿਰ ਨਿਰਮਲਤਾ ਦੇ ਵਿੱਚ ਆਪਣਾ ਅਕਸ਼ ਨਹੀਂ ਦਿਸੇਗਾ। ਘਟ ਹੀ ਭੀਤਰ ਵਸਤ ਨਿਰੰਜਨ, ਤਾਕੋ ਮਰਮ ਨਾ ਜਾਣਾ। ਫਿਰ ਕਹਿੰਦੇ ਮਰਮ ਜਾਣਿਆ ਕਿਵੇਂ ਜਾਂਦਾ, ਕਿਵੇਂ ਪਤਾ ਲੱਗਦਾ ਹੈ? ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਬ ਹੀ ਸਰਨ ਸਾਧ ਕੀ ਆਇਓ। ਕਹਿੰਦੇ ਕਿ ਜਦੋਂ ਸਾਧੂ ਦੀ ਸੰਗਤ, ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ ਨਾ, ਦੁਰਮਤ ਸਗਲ ਬਿਨਾਸੀ। ਉਦੋਂ ਸਾਰੀ ਦੁਰਮਤ ਜਿਹੜੀ ਉਹ ਨਾਸ ਹੋ ਜਾਂਦੀ ਹੈ। ਤਬ ਨਾਨਕ ਚੇਤਿਓ ਚਿੰਤਾ। ਵੇਖੋ ਉਦੋਂ ਇੱਕ ਹੈ ਦੁਰਮਤ ਵਿੱਚ ਚੇਤਨਾ ਤੇ ਇੱਕ ਹੈ ਗੁਰਮਤ ਵਿੱਚ ਚੇਤਨਾ। ਇਹਨਾਂ ਦੋਵਾਂ 'ਚ ਫਰਕ ਹੈ। ਦੁਰਮਤ ਵਿੱਚ ਚਿਤਵਨਾ ਉਵੇਂ ਹੈ ਜਿਵੇਂ ਬੰਦਾ ਹਨੇਰੇ ਵਿੱਚ ਭੱਜਿਆ ਜਾਂਦਾ ਹੋਵੇ, ਹਨੇਰੇ ਵਿੱਚ ਜਾਂਦਾ ਹੋਵੇ, ਕੋਈ ਥੋ ਨਹੀਂ, ਪਰ ਭੱਜਣਾ ਪਏਗਾ। ਜਦੋਂ ਹਨੇਰਾ ਹੈ ਉਹਨਾਂ ਚਿਰ ਭੱਜਣਾ ਪਏਗਾ ਜਿੰਨਾ ਚਿਰ ਗਿਆਨ ਨਹੀਂ ਆਉਂਦਾ। ਪਰ ਜਦੋਂ ਗਿਆਨ ਵਿੱਚ, ਰੋਸ਼ਨੀ ਵਿੱਚ ਬੰਦਾ ਚੱਲਦਾ ਨਾ, ਉਹਦਾ ਆਨੰਦ ਵੱਖਰਾ ਹੈ। ਦੁਰਮਤ ਵਿੱਚ, ਅਗਿਆਨਤਾ ਵਿੱਚ ਵੀ ਪ੍ਰਭੂ ਦੇ ਵੱਲ ਨੂੰ ਦੌੜਨਾ ਹੈ, ਪਰ ਜਦੋਂ ਗਿਆਨ ਆ ਜਾਏ ਤਬ ਨਾਨਕ ਚੇਤਿਓ ਚਿੰਤਾ ਮਨ। ਕਹਿੰਦੇ ਉਦੋਂ ਰੱਬ ਨੂੰ ਚੇਤੇ ਕਰਨਾ, ਉਦੋਂ ਰੱਬ ਨੂੰ ਚਿਤਵਨਾ। ਕੱਟਿਓ ਜਮ ਕੀ ਫਾਸੀ, ਉਦੋਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਜਦੋਂ ਬੰਦਾ ਗਿਆਨਵਾਨ ਹੋ ਕੇ, ਗੁਰਮੁਖ ਹੋ ਕੇ, ਗੁਰਮਤ ਦਾ ਧਾਰਨੀ ਹੋ ਕਰਕੇ ਰੱਬ ਨੂੰ ਧਿਆਉਂਦਾ ਹੈ, ਉਦੋਂ ਫਿਰ ਮਨ ਉਹਦਾ ਵਸ ਹੋ ਜਾਂਦਾ। ਇਹ ਦੋ ਸ਼ਬਦ ਨੇ ਗੁਰੂ ਸਾਹਿਬ ਜੀ ਦੇ। ਇੱਕ ਇਹ ਸੋਰਠ ਰਾਗ ਦਾ, ਇਹਦੇ ਵਿੱਚ ਮਨ ਦੀ ਭਟਕਣਾ ਦੀ ਅਵਸਥਾ ਕੀਤੀ ਹੈ, ਤੇ ਇੱਕ ਹੈ ਬਸੰਤ ਰਾਗ ਦਾ। ਉਹਦੇ ਵਿੱਚ ਦਾਤਾ ਜੀ ਫੇਰ ਗੱਲ ਕਰਦੇ ਨੇ ਮਾਂ ਨੂੰ ਸੰਬੋਧਨ ਕਰਕੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਪਹਿਲਾਂ ਕਹਿੰਦੇ ਮਾਈ ਮਨ ਮੇਰੋ ਵਸ ਨਾ ਹੈ, ਕਿ ਮੇਰਾ ਮਨ ਵਸ ਨਹੀਂ, ਪਰ ਜਦੋਂ ਸਰਨ ਸਾਧ ਕੀ ਆਇਓ, ਫਿਰ ਕਹਿੰਦੇ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਕਹਿੰਦੇ ਹੁਣ ਵਿਸਰਾਮ ਕਰ ਬੈਠਾ, ਟਿਕ ਗਿਆ ਹੈ, ਆਨੰਦ ਦੇ ਵਿੱਚ ਹੈ। ਤੇ ਹੁਣ ਅਵਸਥਾ ਕੀ ਹੈ? ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ, ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਕਹਿੰਦੇ ਹੁਣ ਤ੍ਰਿਸ਼ਨਾ ਨਸ ਗਈ ਹੈ, ਵਾਸ਼ਨਾ ਨਸ ਗਈ ਹੈ, ਦੁਬਦਾ ਨਸ ਗਈ ਹੈ। ਹੁਣ ਨਿਜ ਸੁਖ ਮਾਹੇ ਸਮਾਇਆ, ਮੇਰਾ ਮਨ ਨਿਜ ਸੁਖ ਵਿੱਚ ਆ ਗਿਆ ਹੈ। ਤੇ ਇਹ ਕਦੋਂ ਹੁੰਦਾ ਹੈ? ਜਾਕੋ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ, ਕਹੋ ਨਾਨਕ ਇਹ ਬਿਦ ਕੀ ਸੰਪੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹ ਸੰਪੈ, ਇਹ ਦੌਲਤ, ਇਹ ਮਹਾਨਤਾ ਕਿਹਨੂੰ ਮਿਲਦੀ ਹੈ? ਕਹੋ ਨਾਨਕ ਇਹ ਬਿਦ ਕੀ ਸੰਪੈ, ਕੋਊ ਗੁਰਮੁਖ ਪਾਵੈ। ਜਦੋਂ ਕੋਈ ਗੁਰਮੁਖ ਬਣ ਜਾਂਦਾ ਹੈ, ਗੁਰਮੁਖ ਵੀ ਸੰਸਾਰ ਵਿੱਚ ਰਹਿੰਦਾ ਹੈ, ਮਨਮੁਖ ਵੀ ਸੰਸਾਰ ਵਿੱਚ ਰਹਿੰਦਾ ਹੈ। ਇੱਕੋ ਵਿਹੜੇ ਵਿੱਚ ਰਹਿੰਦੇ ਨੇ, ਇੱਕੋ ਨਗਰ ਵਿੱਚ ਰਹਿੰਦੇ ਨੇ, ਪਰ ਇੱਕ ਲਈ ਉਹ ਨਗਰ ਕਲੇਸ਼ ਦਾ ਘਰ ਹੈ, ਇੱਕ ਲਈ ਉਹ ਨਗਰ ਝਗੜਾ, ਈਰਖਾ, ਦੁਵੈਤ ਹੈ।
ਇਕਲਿਓ ਨਗਰ ਜਿਹੜਾ ਖੇੜਾ ਹੈ, ਮੌਲਣਾ ਹੈ, ਆਨੰਦ ਹੈ, ਖੁਸ਼ੀ ਹੈ। ਸੰਸਾਰ ਸਾਨੂੰ ਦੁੱਖ ਜਾਂ ਸੁੱਖ ਕੁਝ ਨਹੀਂ ਦਿੰਦਾ। ਜੋ ਕੁਝ ਮਿਲਦਾ ਹੈ ਸਾਨੂੰ ਆਪਣੇ ਮਨ ਤੋਂ ਮਿਲਦਾ ਹੈ। ਸਾਨੂੰ ਸਾਡਾ ਮਨ ਹੀ ਸੁੱਖ ਦਿੰਦਾ ਹੈ, ਸਾਨੂੰ ਸਾਡਾ ਮਨ ਹੀ ਦੁਖੀ ਕਰਦਾ ਹੈ। ਪਰ ਅਸੀਂ ਸੋਚਦੇ ਹਾਂ ਸਾਰਾ ਕੁਝ ਦੁੱਖ ਤੇ ਸੁੱਖ ਬਾਹਰ ਦਾ ਹੈ। ਨਹੀਂ ਗੁਰੂ ਸਵਾਰਿਓ, ਦੁੱਖ ਤੇ ਸੁੱਖ ਬਾਹਰ ਦਾ ਨਹੀਂ, ਬਾਹਰੋਂ ਕੇਵਲ ਸਾਨੂੰ ਦੁੱਖ ਜਾਂ ਸੁੱਖ ਦੇ ਸਾਧਨ ਮਿਲਦੇ ਨੇ, ਪਰ ਸੁੱਖ ਤੇ ਦੁੱਖ ਅਸੀਂ ਲੈਣਾ ਹੈ, ਇਹ ਸਾਡੇ ਆਪਣੇ ਤੇ ਨਿਰਭਰ ਕਰਦਾ ਹੈ। ਦੁਨੀਆ ਦਾ ਇਤਿਹਾਸ, ਗੁਰੂ ਦਾ ਇਤਿਹਾਸ ਇਸ ਗੱਲ ਨਾਲ ਭਰਿਆ ਪਿਆ ਹੈ ਕਿ ਦੁਨੀਆ ਦੇ ਜ਼ਾਲਮ ਲੋਕਾਂ ਨੇ ਗੁਰਸਿੱਖਾਂ ਨੂੰ ਦੁੱਖ ਦੇ ਯਤਨ ਕੀਤੇ, ਦੁਖੀ ਕਰਨ ਦੇ ਯਤਨ ਕੀਤੇ, ਦੁੱਖ ਦੇ ਸਾਧਨ ਅਖਤਿਆਰ ਕੀਤੇ, ਪਰ ਉਹ ਖੁਸ਼ੀ ਵਿੱਚ ਸਨ, ਉਹ ਚਾਉ ਵਿੱਚ ਸਨ, ਉਹ ਖੇੜੇ ਵਿੱਚ ਸਨ। ਸਾਡੇ ਕੋਲ ਸੁੱਖਾਂ ਦੇ ਸਾਰੇ ਸਾਧਨ ਨੇ, ਪਰ ਫਿਰ ਵੀ ਮਨ ਵਿੱਚ ਦੁੱਖ ਹੈ, ਮਨ ਵਿੱਚ ਚਿੰਤਾ ਹੈ। ਇਹਦਾ ਭਾਵ ਇਹ ਹੈ ਕਿ ਦੁਐਤ ਹੈ, ਆਪੇ ਦੀ ਲਖਤਾ ਨਹੀਂ, ਮਨਮਤ ਹੈ, ਦੁਰਮਤ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਮਿਟੇਗੀ ਉਦੋਂ ਜਬ ਹੀ ਸਰਨ ਸਾਧ ਕੀ ਆਇਓ, ਦੁਰਮਤ ਸਗਲ ਵਿਨਾਸੀ। ਕੋਸ਼ਿਸ਼ ਕਰੀਏ ਜੀਵਨ ਦਾ ਇਹ ਆਧਾਰ ਬਣ ਜਾਏ, ਜੀਵਨ ਦੀ ਇਹ ਲੋੜ ਬਣ ਜਾਏ ਕਿ ਨਾਮ ਦਾ ਰੰਗ, ਸਾਧੂ ਦਾ ਸੰਗ, ਨਿਸ਼ਚਾ ਅਭੰਗ, ਕਿ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਰਹੇ। ਉਹਨਾਂ ਦੇ ਸ਼ਬਦ, ਉਹਨਾਂ ਦੇ ਬੋਲ, ਉਹਨਾਂ ਦੀ ਸੰਗਤ ਢਹਿੰਦੇ ਹੋਏ ਮਨ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਗੁਰੂ ਕਿਰਪਾ ਕਰੇ, ਆਪ ਸਮੂਹ ਸਾਧ ਸੰਗਤ ਬੜੇ ਪਿਆਰ ਦੇ ਨਾਲ ਤਿੰਨਾਂ ਦਿਨਾਂ ਤੋਂ ਹੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠ ਕਰਕੇ ਗੁਣੀ ਗਿਆਨੀਆਂ ਪਾਸੋਂ ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ, ਗੁਰਮਤ ਵਿਚਾਰਾਂ, ਢਾਡੀ ਜਸ, ਕਵਿਤਾ ਰਾਹੀਂ ਆਪ ਜੀ ਨੇ ਗੁਰੂ ਜਸ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ, ਸਾਡੇ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ। ਦਾਸ ਤੋਂ ਵਿਚਾਰਾਂ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਕੋਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤ ਦੇ ਦਰਸ਼ਨ ਦੀਦਾਰ ਕੀਤੇ। ਅਤੀ ਸਤਿਕਾਰਯੋਗ ਸੰਤ ਬਾਬਾ ਗੁਰਵਿੰਦਰ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ, ਜਿਨ੍ਹਾਂ ਨੇ ਦਾਸ ਨੂੰ ਨਿਵਾਜਿਆ। ਸਤਿਕਾਰਯੋਗ ਵੀਰ ਕੁਲਵਿੰਦਰ ਸਿੰਘ ਜੀ ਕੈਨੇਡਾ ਵਾਲੇ, ਉਚੇਚੇ ਤੌਰ ਤੇ ਉਹਨਾਂ ਨੇ ਦਾਸ ਨੂੰ ਹੁਕਮ ਕੀਤਾ। ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਇਸ ਨਗਰ ਦੇ ਵੀਰ ਜੋ ਮੇਰੇ ਨਾਲ ਹੀ ਪ੍ਰਚਾਰਕ ਦੀ ਸੇਵਾ ਨਿਭਾਉਂਦੇ ਨੇ, ਗਿਆਨੀ ਗੁਰਮੀਤ ਸਿੰਘ ਜੀ ਦਨੌਲੀ, ਉਹਨਾਂ ਦਾ ਵੀ ਧੰਨਵਾਦ, ਸਾਰਿਆਂ ਦਾ ਧੰਨਵਾਦ। ਆਓ ਹੁਣ ਪਿਆਰ ਸਹਿਤ ਅਤੀ ਸਤਿਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਉਹ ਸਟੇਜ ਤੇ ਸੁਭਾਏਮਾਨ ਹੋ ਚੁੱਕੇ ਨੇ, ਉਹਨਾਂ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨੇ ਨੇ। ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਆਪਾਂ ਨੇ ਹਰ ਜਸ ਸਰਵਣ ਕਰਨਾ ਹੈ ਜੀ। ਮੇਰੀਆਂ ਭੁੱਲਾਂ ਨਾ ਚਿਤਾਰਨੀਆਂ, ਬੇਅੰਤ ਭੁੱਲਾਂ ਦੀ ਖਿਮਾ ਕਰ ਦੇ, ਫਤਿਹ ਦੀ ਸਾਂਝ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।